Hello students, I am Amita, your biology teacher. Welcome you all in today's online class. Students, today we are going to discuss a very important topic, linkage. So before we start this topic linkage, let's have a basic idea about genetics. What is genetics? Genetics is the study of heredity and variations. ਅਸੀਂ ਜੂਨੀਅਰ ਕਲਾਸਿਸ ਤੋਂ ਇਹ ਪੜ੍ਹਦੇ ਆ ਰਹੇ ਹਾਂ ਕਿ ਜੈਨੇਟਿਕਸ ਦੇ ਵਿੱਚ ਹੈਰੀਡਿਟੀ ਐਂਡ ਵੇਰੀਏਸ਼ਨਸ ਦੋ ਇੰਪੋਰਟੈਂਟ ਐਸਪੈਕਟਸ ਨੇ। ਅਗਰ ਅਸੀਂ ਹੈਰੀਡਿਟੀ ਦੀ ਗੱਲ ਕਰੀਏ, ਹੈਰੀਡਿਟੀ ਇਜ਼ ਦ ਪਾਸਿੰਗ ਆਫ ਕਰੈਕਟਰਿਸਟਿਕਸ ਔਰ ਟ੍ਰੇਟਸ ਫਰੋਮ ਪੇਰੈਂਟਸ ਟੂ ਆਫਸਪ੍ਰਿੰਗਸ। ਵਿਰਾਸਤ ਦੇ ਵਿੱਚ ਸਾਨੂੰ ਕੀ ਮਿਲਿਆ ਹੈ, ਤੁਸੀਂ ਅਗਰ ਪੰਜਾਬੀ ਮੀਡੀਅਮ ਦੇ ਵਿੱਚ 10th ਜਾਂ 11th ਕੀਤੀ ਹੈ ਤਾਂ ਉਹਦੇ ਵਿੱਚ ਹੈਰੀਡਿਟੀ ਨੂੰ ਵਿਰਾਸਤ ਦਾ ਨਾਮ ਦਿੱਤਾ ਗਿਆ ਕਿ ਅਸੀਂ ਆਪਣੇ ਪੇਰੈਂਟਸ ਤੋਂ ਕਿਹੜੇ ਕਿਹੜੇ ਕਰੈਕਟਰਸ ਨੇ ਜਿਹੜੇ ਇਨਹੈਰਿਟ ਕਰਦੇ ਹਾਂ, ਜਿਹੜੇ ਸਾਨੂੰ ਵਿਰਾਸਤ ਮਿਲੇ ਨੇ, ਦੈਟ ਇਜ਼ ਹੈਰੀਡਿਟੀ। ਔਰ ਕੁਝ ਐਸੇ ਕਰੈਕਟਰਸ ਨੇ ਜਿਹੜੇ ਸਾਡੇ ਪੇਰੈਂਟਸ ਵਿੱਚ ਨਹੀਂ ਹੈਗੇ, ਉਹ ਸਾਡੇ ਵਿੱਚ ਅਪੀਅਰ ਹੋ ਜਾਂਦੇ ਨੇ, ਆਫਸਪ੍ਰਿੰਗਸ ਦੇ ਵਿੱਚ ਅਪੀਅਰ ਹੋ ਜਾਂਦੇ ਨੇ, ਦੈਟ ਇਜ਼ ਵੇਰੀਏਸ਼ਨ। ਸੋ ਹੈਰੀਡਿਟੀ ਐਂਡ ਵੇਰੀਏਸ਼ਨਸ ਆਰ ਟੂ ਇੰਪੋਰਟੈਂਟ ਐਸਪੈਕਟਸ ਆਫ ਜੈਨੇਟਿਕਸ। ਹੁਣ ਗੱਲ ਅਸੀਂ ਕਰਦੇ ਹਾਂ ਕਿ ਜਿਹੜੇ ਕਰੈਕਟਰਸ ਟ੍ਰਾਂਸਫਰ ਹੋ ਰਹੇ ਨੇ ਉਹ ਕੌਣ ਟ੍ਰਾਂਸਫਰ ਕਰ ਰਿਹਾ ਹੈ। So these are the genes which are responsible for inheritance. Genes are responsible for passing characters from parents to offsprings, and we know that these genes are present on the chromosomes. Like this is chromosome, here is the gene for, suppose here is the gene for tallness. Let's come to this slide again. Here is the gene for tallness, here is the gene for, suppose, your hair color. So these are the genes which are present on chromosomes, and these genes are responsible for characteristics of organisms. Now this phenomena linkage, this was first observed by Thomas Hunt Morgan, ਬਹੁਤ ਇੰਪੋਰਟੈਂਟ ਸਾਇੰਟਿਸਟ ਸੀ ਜਿਹੜੇ ਡਰੋਸੋਫਿਲਾ ਮਿਲੈਨੋਗੈਸਟਰ ਦੇ ਉੱਪਰ ਕਾਫੀ ਰਿਸਰਚ ਕਰ ਰਹੇ ਸੀ। ਡਰੋਸੋਫਿਲਾ ਮਿਲੈਨੋਗੈਸਟਰ ਬੇਟੇ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਜਦੋਂ ਅਸੀਂ ਫਰੂਟ ਮਾਰਕੀਟ ਦੇ ਵਿੱਚ ਜਾਂਦੇ ਹਾਂ, ਜਿਵੇਂ ਅੱਜ ਕੱਲ੍ਹ ਮੈਂਗੋ ਦਾ ਸੀਜ਼ਨ ਚੱਲ ਰਿਹਾ ਹੈ, ਮੈਂਗੋਜ਼ ਦੇ ਉੱਪਰ ਤੁਸੀਂ ਦੇਖੋਗੇ ਛੋਟੇ ਛੋਟੇ ਫਲਾਈਜ਼ ਬੈਠੀਆਂ ਹੁੰਦੀਆਂ ਨੇ। ਉਹ ਦੀਜ਼ ਫਲਾਈਜ਼ ਆਰ ਡਿਫਰੈਂਟ ਫਰੋਮ ਦਾ ਹਾਊਸ ਫਲਾਈ। ਸੋ ਇਹਨਾਂ ਦਾ ਜਿਹੜਾ ਸਾਇੰਟਿਫਿਕ ਨੇਮ ਹੈ ਡਰੋਸੋਫਿਲਾ ਮਿਲੈਨੋਗੈਸਟਰ, ਐਂਡ ਕਾਮਨਲੀ ਥੀਜ਼ ਆਰ ਕਾਲਡ ਫਰੂਟ ਫਲਾਈਜ਼। ਔਰ ਥੋਮਸ ਮੋਰਗਨ ਸਰ ਨੇ ਫਰੂਟ ਫਲਾਈਜ਼ ਦੇ ਉੱਪਰ ਬਹੁਤ ਜ਼ਿਆਦਾ ਐਕਸਪੈਰੀਮੈਂਟਸ ਕੀਤੇ, ਐਸੇ ਕਰਕੇ ਇਹਨਾਂ ਨੂੰ ਕਈ ਵਾਰੀ ਫਲਾਈ ਮੈਨ ਆਫ ਜੈਨੇਟਿਕਸ ਵੀ ਕਿਹਾ ਜਾਂਦਾ ਹੈ। ਸੋ ਹੀ ਅਬਜ਼ਰਵਡ ਲਿੰਕੇਜ। ਹੁਣ ਉਹਨਾਂ ਨੇ ਕਿਹੜਾ ਐਕਸਪੈਰੀਮੈਂਟ ਕੀਤਾ ਜਿਹਦੇ ਕਰਕੇ ਉਹਨਾਂ ਨੂੰ ਲਿੰਕੇਜ ਦਾ ਜਿਹੜਾ ਹੈ ਪਤਾ ਚੱਲਿਆ। ਲਿੰਕੇਜ ਬੇਟੇ ਅਗਰ ਅਸੀਂ ਗ੍ਰਾਮੈਟੀਕਲੀ ਇਹਦਾ ਮੀਨਿੰਗ ਦੇਖੀਏ ਤਾਂ ਲਿੰਕੇਜ ਗ੍ਰਾਮਰ ਦੇ ਵਿੱਚ ਇਹਦਾ ਮੀਨਿੰਗ ਹੈ ਕਿ ਲਿੰਕਡ, ਸਮਥਿੰਗ ਵਿਚ ਇਜ਼ ਲਿੰਕਡ। ਦੋ ਜਾਂ ਦੋ ਤੋਂ ਵੱਧ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਅਸੀਂ ਕਹਾਂਗੇ ਉਹ ਲਿੰਕੇਜ ਸ਼ੋ ਕਰ ਰਹੀਆਂ ਨੇ, ਦੇਰ ਕਨੈਕਟਿਡ। ਸੋ ਇਨ ਦਿਸ ਜੈਨੇਟਿਕਸ we will study linkage in context with the genes. So ਸਰ ਮੋਰਗਨ ਨੇ ਫਰੂਟ ਫਲਾਈਜ਼ ਦੇ ਉੱਪਰ ਡਾਈਹਾਈਬ੍ਰਿਡ ਕ੍ਰਾਸ ਪਰਫੋਰਮ ਕੀਤਾ। ਬੇਟੇ ਮੈਂਡਲਿਜ਼ਮ ਦੇ ਵਿੱਚ ਤੁਸੀਂ ਮੋਨੋਹਾਈਬ੍ਰਿਡ ਐਂਡ ਡਾਈਹਾਈਬ੍ਰਿਡ ਕ੍ਰਾਸਿਸ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਕੀਤੇ ਨੇ। ਐਂਡ ਹੀ ਕ੍ਰਾਸਡ ਵਾਈਟ ਆਈਡ ਐਂਡ ਯੈਲੋ ਬੋਡੀ ਫੀਮੇਲਸ। ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹਦੀਆਂ ਵਾਈਟ ਆਈਜ਼ ਨੇ ਐਂਡ ਯੈਲੋ ਬੋਡੀ ਹੈ। ਦਿਸ ਇਜ਼ ਫੀਮੇਲ ਐਂਡ ਕ੍ਰਾਸਡ ਦਿਸ ਫੀਮੇਲ ਵਿਦ ਰੈਡ ਆਈਡ ਮੇਲ ਐਂਡ ਬਰਾਊਨ ਬੋਡੀ। ਇਹਦੇ 'ਚ ਤੁਸੀਂ ਦੇਖ ਰਹੇ ਹੋ ਕਿ ਇਹਦੀ ਬੋਡੀ ਹੈ ਜਿਹੜੀ ਉਹ ਬਰਾਊਨ ਹੈ। ਸੋ ਹੀ ਕ੍ਰਾਸ ਦੀਜ਼ ਟੂ ਸਪੀਸ਼ੀਜ਼। ਸੈਲਫ ਕ੍ਰਾਸਿੰਗ of F1 ਜਨਰੇਸ਼ਨ, ਉਹਨੂੰ F1 ਜਨਰੇਸ਼ਨ ਜਦੋਂ ਮਿਲੀ ਤਾਂ ਦੇਰ ਵਾਜ਼ ਨੋ ਪ੍ਰੋਬਲਮ। ਲੇਕਿਨ ਜਦੋਂ F1 ਜਨਰੇਸ਼ਨ ਦੀ ਸੈਲਫ ਕ੍ਰਾਸਿੰਗ ਕੀਤੀ ਗਈ ਤਾਂ ਹੀ ਥੋਟ ਕਿ ਮੈਂਡਲ ਨੇ ਜਦੋਂ ਡਾਈਹਾਈਬ੍ਰਿਡ ਦੇ ਵਿੱਚ F1 ਦੀ ਜਿਹੜੀ ਹੈ ਸੈਲਫ ਕ੍ਰਾਸਿੰਗ ਕੀਤੀ ਸੀ ਤਾਂ ਉਹਨਾਂ ਨੂੰ ਜਿਹੜਾ ਹੈ 9:3:3 ਇਹ ਰੇਸ਼ੋ ਜਿਹੜੀ ਹੈ ਡਾਈਹਾਈਬ੍ਰਿਡ ਰੇਸ਼ੋ ਵੀ ਆਲਰੇਡੀ ਨੋ ਇਹ ਆਉਣੀ ਚਾਹੀਦੀ ਸੀ। ਲੇਕਿਨ ਮੋਰਗਨ ਸਰ ਦੇ ਐਕਸਪੈਰੀਮੈਂਟ ਦੇ ਵਿੱਚ ਇਹ ਰੇਸ਼ੋ ਬਿਲਕੁਲ ਵੀ ਨਹੀਂ ਆਈ। ਦ ਰੇਸ਼ੋ ਵਾਜ਼ ਟੋਟਲੀ ਡਿਫਰੈਂਟ ਐਂਡ ਦੇ ਵਰ ਸਰਪ੍ਰਾਈਜ਼ਡ ਕਿ ਇੱਥੇ ਜੈਨੇਟਿਕਸ ਦੇ ਵਿੱਚ ਕੀ ਹੋ ਗਿਆ ਕਿ ਜਿਹੜੀ ਰੇਸ਼ੋ ਅਸੀਂ ਕਾਫੀ ਟਾਈਮ ਤੋਂ ਪੜ੍ਹਦੇ ਆ ਰਹੇ ਹਾਂ ਕਿ ਡਾਈਹਾਈਬ੍ਰਿਡ ਰੇਸ਼ੋ ਹੈ 9:3:1, ਉਹ ਬਿਲਕੁਲ ਹੀ ਇੱਥੇ ਇੱਕ ਡਿਫਰੈਂਟ ਟਾਈਪ ਦੀ ਰੇਸ਼ੋ ਆ ਗਈ। ਸੋ ਫਿਰ ਉਹਨਾਂ ਨੇ ਕਨਕਲੂਜਨ ਕੱਢਿਆ ਕਿ ਜਿਹੜੀ ਡਾਈਵਰਜੈਂਸ ਹੋਈ ਹੈ ਡਾਈਹਾਈਬ੍ਰਿਡ ਰੇਸ਼ੋ ਤੋਂ, ਦਿਸ ਇਜ਼ ਡਿਊ ਟੂ ਸਮ ਜੀਨਸ ਵਿਚ ਆਰ ਲਿੰਕਡ
ਜਿਹੜੇ ਕਿ ਜੁੜੇ ਹੋਏ ਨੇ ਆਪਸ ਦੇ ਵਿੱਚ, ਕਿਉਂਕਿ ਡਾਈਹਾਈਬ੍ਰਿਡ ਕ੍ਰਾਸ ਦੇ ਵਿੱਚ ਅਸੀਂ ਕਿਹਾ ਸੀ ਕਿ ਦ ਜੀਨਸ ਜਾਂ ਅਲੀਲਸ ਡਿਊਰਿੰਗ ਗੈਮੀਟ ਫਾਰਮੇਸ਼ਨ ਦੇ ਐਜ਼ੋਟ ਇੰਡੀਪੈਂਡੈਂਟਲੀ, ਉਹ ਅਲੱਗ-ਅਲੱਗ ਹੋ ਜਾਂਦੇ ਨੇ। ਇੱਕ ਕਰੈਕਟਰ ਦਾ ਐਲੀਲ ਹੈ ਜਿਹੜਾ ਦੂਸਰੇ ਕਰੈਕਟਰ ਦੇ ਐਲੀਲ ਨੂੰ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਦਾ, ਲੇਕਿਨ ਇਸ ਕੇਸ ਦੇ ਵਿੱਚ ਐਸਾ ਨਹੀਂ ਹੋਇਆ। ਉਹਦਾ ਰੀਜ਼ਨ ਕੀ ਸੀ? ਬਿਕੋਜ਼ ਦ ਜੀਨਸ ਵਰ ਲਿੰਕਡ। ਸੋ ਫਿਰ ਲਿੰਕੇਜ ਦੇ ਪੁਆਇੰਟਸ ਲਿਖੇ ਗਏ ਕਿ ਇਟ ਇਜ਼ ਅ ਡੈਵੀਏਸ਼ਨ ਫਰੋਮ ਮੈਂਡਲੀਅਨ ਪ੍ਰਿੰਸੀਪਲ ਆਫ ਇੰਡੀਪੈਂਡੈਂਟ ਐਜ਼ੋਟਮੈਂਟ। ਇਹ ਤਾਂ ਬਿਲਕੁਲ ਕਲੀਅਰ ਹੋ ਗਿਆ ਕਿ ਲਿੰਕੇਜ ਦੇ ਵਿੱਚ ਜਿਹੜੀ ਹੈ ਇੰਡੀਪੈਂਡੈਂਟ ਐਜ਼ੋਟਮੈਂਟ ਇੱਕ ਐਕਸੈਪਸ਼ਨ ਹੈ, ਇਹ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੀ। ਸੈਕੰਡਲੀ, ਜੀਨਸ ਆਰ ਸੈਡ ਟੂ ਬੀ ਲਿੰਕਡ। ਜੀਨਸ ਨੇ ਜਿਹੜੇ ਅਗਰ ਡਾਈਹਾਈਬ੍ਰਿਡੇਸ਼ਨ ਨਹੀਂ ਆ ਰਹੀ ਹੈ F2 ਜਨਰੇਸ਼ਨ ਦੇ ਵਿੱਚ, ਦੈਟ ਮੀਨਸ ਜੀਨਸ ਆਰ ਲਿੰਕਡ, and linked genes for different traits are located in similar chromosomes and hence they are tied to each other. So ਤੁਸੀਂ easy language ਦੇ ਵਿੱਚ ਇਹ ਜਿਹੜਾ ਹੈ ਸਮਝਣਾ ਕਿ genes are linked, ਠੀਕ ਹੈ। and a few genes have powerful linkage giving a limited chance of recombination। ਹੁਣ ਇੱਥੇ ਇੱਕ ਵਰਡ ਆਇਆ ਰੀਕੋਂਬੀਨੇਸ਼ਨ, ਅਸੀਂ ਕ੍ਰਾਸਿੰਗ ਓਵਰ ਆਲਰੇਡੀ ਕਰ ਚੁੱਕੇ ਹਾਂ ਕਿ ਸੈਕਸੁਅਲੀ ਜਿਹੜੇ ਰਿਪਰੋਡਿਊਸਿੰਗ ਆਰਗੈਨਿਜ਼ਮਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਹੈ ਵੇਰੀਏਸ਼ਨਸ ਤਾਂ ਆਉਣਗੀਆਂ ਹੀ ਆਉਣਗੀਆਂ ਡਿਊ ਟੂ ਕ੍ਰਾਸਿੰਗ ਓਵਰ। ਜੀਨਸ ਚਾਹੇ ਲਿੰਕਡ ਨੇ, ਉਹਦੇ ਵਿੱਚ ਕ੍ਰਾਸਿੰਗ ਓਵਰ ਤਾਂ ਹੋਏਗੀ। ਉਹ ਲਿੰਕਡ ਜੀਨਸ ਨੇ, ਉਹ ਆਪਣੀ ਜਗ੍ਹਾ ਤੋਂ ਮੂਵ ਨਹੀਂ ਕਰਨਗੇ, ਲੇਕਿਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਕ੍ਰਾਸਿੰਗ ਓਵਰ ਨਹੀਂ ਹੋਏਗੀ, ਕ੍ਰਾਸਿੰਗ ਓਵਰ ਤਾਂ ਹੋਏਗੀ। ਲੇਕਿਨ ਜਿਹੜੇ ਟਾਈਟਲੀ ਲਿੰਕਡ ਜੀਨਸ ਨੇ ਉਹ ਇਕੱਠੇ ਹੀ ਜਾਣਗੇ, ਉਹ ਸੈਪਰੇਟ ਨਹੀਂ ਹੋਣਗੇ। ਔਰ ਜਿਹੜੇ ਲੂਜ਼ਲੀ ਲਿੰਕਡ ਜੀਨਸ ਨੇ ਵਿਚ ਆਰ ਨਾਟ ਟਾਈਟਲੀ ਪੈਕਡ, ਵਿਚ ਆਰ ਨਾਟ ਟਾਈਟਲੀ ਕਨੈਕਟਡ, ਉਹਨਾਂ ਦੇ ਵਿੱਚ ਜਿਹੜਾ ਹੈ ਰੀਕੋਂਬੀਨੇਸ਼ਨ ਦੀ ਫ੍ਰੀਕੁਐਂਸੀ ਹੈ ਜਿਹੜੀ ਉਹ ਵੱਧ ਜਾਏਗੀ। ਔਰ ਜਿਹੜੇ ਟਾਈਟਲੀ ਲਿੰਕਡ ਜੀਨਸ ਨੇ ਉਹਨਾਂ ਦੇ ਵਿੱਚ ਰੀਕੋਂਬੀਨੇਸ਼ਨ ਜਾਂ ਕ੍ਰਾਸਿੰਗ ਓਵਰ ਦੀ ਫ੍ਰੀਕੁਐਂਸੀ ਹੈ ਜਿਹੜੀ ਉਹ ਘੱਟ ਹੋਏਗੀ। ਕਲੀਅਰ? ਸੋ ਆਪਾਂ ਡਾਇਗਰਾਮੈਟਿਕਲੀ ਜਿਹੜਾ ਹੈ ਇਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਵਾਟ ਇਜ਼ ਰਿਟਨ? ਲਿੰਕੇਜ ਇਜ਼ ਦ ਫਿਨੋਮੀਨਾ ਆਫ ਸਰਟਨ ਜੀਨਸ staying together as they are present on the same chromosome during inheritance without any change, without separation। ਹੁਣ ਅਸੀਂ ਮਿਓਸਿਸ ਦੇ ਵਿੱਚ ਪੜ੍ਹਿਆ ਹੈ ਕਿ ਜਦੋਂ ਵੀ ਗੈਮੀਟਸ ਬਣਦੇ ਨੇ ਉਹਦੇ ਵਿੱਚ ਸਪੋਜ਼ these are the two gametes, ਠੀਕ ਹੈ। ਹੁਣ ਇਹ ਨਾਲ ਪਏ ਨੇ ਹੋਮੋਲੋਗਸ ਕ੍ਰੋਮੋਸੋਮਸ ਦੇ ਵਿੱਚ। ਨੋਰਮਲ ਕੰਡੀਸ਼ਨ ਦੇ ਵਿੱਚ ਕੀ ਹੋਏਗਾ? ਇਹ ਜਿਹੜੇ ਨੇ ਆਪਣੀ ਜੀਨਸ ਐਕਸਚੇਂਜ ਕਰਨਗੇ ਇਫ ਦੇ ਆਰ ਨਾਟ ਲਿੰਕਡ। ਲੇਕਿਨ ਇਹਦੇ ਵਿੱਚ ਅਸੀਂ ਇਹ ਸ਼ੋ ਕਰਨੇ ਆ ਕਿ these genes are linked, ਠੀਕ ਹੈ, ਦੇ ਆਰ ਵੈਰੀ ਕਲੋਜ਼ ਟੂ ਈਚ ਅਦਰ। ਇੱਧਰੋਂ ਇਹ ਜੀਨਸ ਨੇ ਲਿੰਕਡ, ਇੱਧਰੋਂ ਇਹ ਜੀਨਸ ਲਿੰਕਡ ਨੇ। ਜਦੋਂ ਵੀ ਇਹ ਜਾਣਗੇ ਇਹ ਇਕੱਠੇ ਹੀ ਜਾਣਗੇ, ਇਹ ਸੈਪਰੇਟ ਨਹੀਂ ਹੋਣਗੇ। ਗੈਮੀਟਸ ਦੇ ਵਿੱਚ कैपिटल A, कैपिटल B और small a, small b है जड़ा वो they will be inherited together, they will pass together, they will not assort independently during gamete formation as Mendel said in dihybrid cross। This is very important line। ਬਟ ਇਹ ਧਿਆਨ ਨਾਲ ਸੁਣਨਾ ਕਿ ਲਿੰਕੇਜ ਦੇ ਵਿੱਚ ਜਿਹੜੀ ਹੈ ਜੀਨਸ ਦੀ ਇੰਡੀਪੈਂਡੈਂਟ ਐਜ਼ੋਰਟਮੈਂਟ ਡਿਊਰਿੰਗ ਗੈਮੀਟ ਫਾਰਮੇਸ਼ਨ ਨਹੀਂ ਹੁੰਦੀ। ਸੋ ਠੀਕ ਹੈ। ਸੋ ਅਗਰ ਅਸੀਂ ਹੁਣ ਦੇਖੀਏ ਕਿ ਅਗਰ ਸਪੋਜ਼ ਦੇ ਆਰ ਨਾਟ ਟਾਈਟਲੀ ਲਿੰਕਡ ਤਾਂ ਕੀ ਹੋਏਗਾ? ਸਪੋਜ਼ ਇਹ ਜਿਹੜਾ ਹੈਗਾ ਜਿਹੜਾ ਪਿੰਕ ਕਲਰ ਦੇ ਉੱਪਰ ਜੀਨ ਪਿਆ, ਠੀਕ ਹੈ, ਉਹ ਕਿੱਧਰ ਟ੍ਰਾਂਸਫਰ ਹੋ ਜਾਏਗਾ? ਕ੍ਰਾਸਿੰਗ ਓਵਰ ਦੇ ਵਿੱਚ ਬਲੂ ਕਲਰ ਵਾਲੇ ਕ੍ਰੋਮੋਸੋਮਸ ਤੇ ਆ ਜਾਏਗਾ। ਔਰ ਜਿਹੜਾ ਬਲੂ ਕਲਰ ਵਾਲਾ ਜੀਨ ਹੈ ਉਹ ਕਿੱਧਰ ਤੇ ਆ ਜਾਏਗਾ? ਪਿੰਕ ਵਾਲੇ ਤੇ ਆ ਜਾਏਗਾ। ਸੋ ਉਹਨਾਂ ਦੇ ਵਿੱਚ ਕ੍ਰਾਸਿੰਗ ਓਵਰ ਹੋਗੀ। ਔਰ ਇਸ ਸੈਗਮੈਂਟ ਦੇ ਵਿੱਚ, ਇਹਨਾਂ ਸੈਗਮੈਂਟਸ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਜਿਹੜੇ ਜੀਨਸ ਨੇ ਉਹਨਾਂ ਨੇ ਆਪਣੇ ਆਪ ਨੂੰ ਐਕਸਚੇਂਜ ਕਰ ਲਿਆ। ਹੁਣ ਅਗਰ ਐਕਸਚੇਂਜ ਹੋ ਗਿਆ ਤਾਂ ਉਹਨਾਂ ਕੋਲ ਨਵੇਂ ਜੀਨਸ ਆ ਗਏ। that means ਕੀ ਹੋ ਗਿਆ? ਰੀਕੋਂਬੀਨੇਸ਼ਨਸ, ਵੇਰੀਏਸ਼ਨਸ ਆ ਗਈਆਂ ਨੇ। ਐਂਡ ਵੇਰੀਏਸ਼ਨਸ ਕਿਉਂ ਆਈਆਂ? ਬਿਕੋਜ਼ these genes they are not tightly linked, they are far apart from each other, that is why crossing over happened. The frequency of crossing over is more if the genes are not tightly linked। Let's move to the next slide। now we will study types of linkage। दो टाइप्स की लिंकेज है बेटे डिपेंडिंग अपॉन द डिस्टेंस बिटवीन जीन्स। कंप्लीट लिंकेज एज द नेम इंडिकेट्स कि जिन्ने भी जीन्स लिंक्ड ने वो एज इट इज़ पास ऑन होंगे और लिंकेज विल बी कंप्लीट, रिकॉम्बिनेशन विल बी मिनिमम।
ਬਟ ਇਨ ਐਕਸੈਪਸ਼ਨ ਮੇਲ ਦੇ ਵਿੱਚ ਜਿਹੜੀ ਹੈ ਰੀਕੰਬੀਨੇਸ਼ਨ ਬਿਲਕੁਲ ਹੀ ਐਬਸੈਂਟ ਹੁੰਦੀ ਹੈ। ਬਟ ਇੱਥੇ ਤੁਸੀਂ ਇੱਕ ਗੱਲ ਧਿਆਨ ਨਾਲ ਦੇਖਣੀ ਹੈ ਕਿ ਅਗਰ ਸੈਕਸੁਅਲੀ ਰੀਪਰੋਡਿਊਸਿੰਗ ਆਰਗੈਨਿਜ਼ਮਸ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਹੈ ਕ੍ਰਾਸਿੰਗ ਓਵਰ ਤਾਂ ਹੋਏਗੀ ਹੋਏਗੀ। ਇਹ ਅਸੀਂ ਨਹੀਂ ਸੋਚਣਾ ਕਿ ਅਗਰ ਲਿੰਕੇਜ ਹੋ ਰਹੀ ਹੈ ਤਾਂ ਰੀਕੰਬੀਨੇਸ਼ਨ ਹੋਏਗੀ ਨਹੀਂ, ਹੋਏਗੀ ਲੇਕਿਨ ਉਹਦੀ ਪਰਸੈਂਟੇਜ, ਉਹਦੀ ਫ੍ਰੀਕੁਐਂਸੀ ਹੈ ਜਿਹੜੀ ਉਹ ਬਹੁਤ ਘੱਟ ਹੋਏਗੀ ਇਫ ਦ ਜੀਨਸ ਆਰ ਟਾਈਟਲੀ ਲਿੰਕਡ। ਸੈਕਿੰਡ ਹੈ ਇਨਕੰਪਲੀਟ ਲਿੰਕੇਜ, ਜਿਹਦੇ ਵਿੱਚ ਹੁਣ ਕੀ ਹੋਏਗਾ, ਲਿੰਕੇਜ ਕੰਪਲੀਟ ਨਹੀਂ ਹੋਏਗੀ, ਲਿੰਕੇਜ ਦੀ ਫ੍ਰੀਕੁਐਂਸੀ ਹੈ ਜਿਹੜੀ ਘੱਟ ਹੋਏਗੀ, ਕ੍ਰਾਸਿੰਗ ਓਵਰ ਦੀ ਫ੍ਰੀਕੁਐਂਸੀ ਜ਼ਿਆਦਾ ਹੋਏਗੀ। ਉਹਦਾ ਰੀਜ਼ਨ ਕੀ ਹੋਏਗਾ ਕਿ ਜੀਨਸ ਆਰ ਨਾਟ ਟਾਈਟਲੀ ਲਿੰਕਡ, ਜੀਨਸ ਦੇ ਵਿੱਚ ਡਿਸਟੈਂਸ ਹੈ ਜਿਹੜਾ ਉਹ ਜ਼ਿਆਦਾ ਹੋਏਗਾ, ਇਸ ਕਰਕੇ ਉਹਨਾਂ ਦੀ ਜਿਹੜੀ ਲਿੰਕੇਜ ਆ ਉਹ ਘੱਟ ਹੋਏਗੀ। Now let's try to compile all that we have read in this topic. So linked genes are located linearly on the same chromosomes. Now let's try to draw linked genes are located linearly on the same chromosome. Suppose this is one chromosome. ठीक है? So the genes, they are linearly located on the chromosomes. एक लाइन ਦੇ ਵਿੱਚ ਉਹ present ਹੁੰਦੇ ਨੇ and strength of linkage is inversely proportional to the distance. What does it mean? Suppose this is chromosome, this is gene 1, this is gene 2 and this is gene 3. Now you can see the distance between gene 1 and 2 and distance between gene 2 and 3. ਦੋਨਾਂ ਦੇ ਵਿੱਚੋਂ ਕਿੰਨਾ, ਦੋ genes ਦਾ distance ਜ਼ਿਆਦਾ ਹੈ, gene distance 2 and 3 ਜਿਹੜਾ ਹੈਗਾ ਬਿਟਵੀਨ 2 ਐਂਡ 3 ਡਿਸਟੈਂਸ ਜ਼ਿਆਦਾ ਹੈ ਐਂਡ 1 ਐਂਡ 2 ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਘੱਟ ਹੈ। ਸੋ ਜਿੰਨਾ ਡਿਸਟੈਂਸ ਘੱਟ ਹੋਏਗਾ ਉਨੀ ਜਿਹੜੀ ਹੈ ਲਿੰਕੇਜ ਜ਼ਿਆਦਾ ਹੋਏਗੀ ਐਂਡ ਕ੍ਰਾਸਿੰਗ ਓਵਰ ਘੱਟ ਹੋਏਗੀ। ਸੋ ਸਟਰੈਂਥ ਆਫ ਲਿੰਕੇਜ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦਾ distance. So this is one important factor affecting linkage. Second है temperature. Temperature ਦੇ ਨਾਲ ਕੀ ਹੋਏਗਾ ਕਿ distance between genes ਹੈ ਜਿਹੜਾ ਉਹ ਵੱਧ ਜਾਏਗਾ। ਜਿਹੜੇ ਜੀਨਸ ਨੇ ਹੋ ਸਕਦਾ ਹੈ ਕਿ ਟੈਂਪਰੇਚਰ ਦੇ ਨਾਲ ਉਹਨਾਂ ਦਾ ਜਿਹੜਾ ਉਹ ਦੇ ਵਿਲ ਮੂਵ ਅਪਾਰਟ ਫਰੋਮ ਈਚ ਅਦਰ, ਔਰ ਅਗਰ ਉਹ ਦੂਰ ਜਾ ਰਹੇ ਨੇ ਤਾਂ ਉਹਦੇ ਨਾਲ ਕੀ ਹੋ ਸਕਦਾ, ਫਿਰ ਕ੍ਰਾਸਿੰਗ ਓਵਰ ਹੈ ਜਿਹੜੀ ਉਹ ਜ਼ਿਆਦਾ ਹੋਏਗੀ ਐਂਡ ਲਿੰਕੇਜ ਕੀ ਹੋ ਸਕਦੀ ਹੈ, ਘੱਟ ਹੋਏਗੀ। ਐਕਸ-ਰੇਜ਼ ਸਿਮਿਲਰ ਇਜ਼ ਦਾ ਇਫੈਕਟ ਆਫ ਐਕਸ-ਰੇਜ਼, ਐਕਸ-ਰੇਜ਼ ਰੇਡੀਏਸ਼ਨ ਦਾ ਇਫੈਕਟ ਹੋਏਗਾ ਤਾਂ ਜਿਹੜੇ ਜੀਨਸ ਨੇ ਉਹ ਕੀ ਹੋਣਗੇ, ਉਹ ਦੂਰ ਦੂਰ ਚਲੇ ਜਾਣਗੇ, ਦੂਰ ਦੂਰ ਚਲੇ ਜਾਣਗੇ ਤਾਂ ਲਿੰਕੇਜ ਆ ਜਿਹੜੀ ਉਹ ਡਾਊਨ ਆ ਜਾਏਗੀ ਐਂਡ ਕ੍ਰਾਸਿੰਗ ਓਵਰ ਜਾਂ ਰੀਕੰਬੀਨੇਸ਼ਨ ਹੈ ਜਿਹੜੀ ਉਹ ਅਪ ਚਲੀ ਜਾਏਗੀ। ਏਜ ਦੇ ਨਾਲ ਵੀ ਕੀ ਹੁੰਦਾ, ਜਿਵੇਂ ਜਿਵੇਂ ਏਜ ਵਧੇਗੀ ਲਿੰਕੇਜ ਹੈ ਜਿਹੜੀ ਇਹਦੇ ਵਿੱਚ ਉਹ ਵੱਧ ਜਾਏਗੀ, ਏਜ ਦੇ ਨਾਲ ਲਿੰਕੇਜ ਅਪ ਜਾਏਗੀ ਐਂਡ ਕ੍ਰਾਸਿੰਗ ਓਵਰ ਡਾਊਨ ਆਏਗੀ। ਠੀਕ ਹੈ। ਸੈਕਸ, ਹੁਣ ਅਸੀਂ ਇਹ ਦੇਖਾਂਗੇ ਕਿ ਮੇਲ ਦੇ ਵਿੱਚ ਲਿੰਕੇਜ ਜ਼ਿਆਦਾ ਹੁੰਦੀ ਹੈ ਕਿ ਫੀਮੇਲਸ ਦੇ ਵਿੱਚ ਲਿੰਕੇਜ ਜ਼ਿਆਦਾ ਹੁੰਦੀ ਹੈ। ਸਟੂਡੈਂਟਸ ਮੇਲਸ ਦੇ ਵਿੱਚ ਜਿਹੜੀ ਹੈ ਲਿੰਕੇਜ ਜ਼ਿਆਦਾ ਹੁੰਦੀ ਹੈ, ਕ੍ਰਾਸਿੰਗ ਓਵਰ ਘੱਟ ਹੁੰਦੀ ਹੈ। ਔਰ ਇੱਕ ਐਕਸੈਪਸ਼ਨ ਅਸੀਂ ਆਲਰੇਡੀ ਪੜ੍ਹ ਕੇ ਆਏ ਹਾਂ ਕਿ ਮੇਲ ਡਰੋਸੋਫਿਲਾ ਦੇ ਵਿੱਚ ਕ੍ਰਾਸਿੰਗ ਓਵਰ ਹੈ ਜਿਹੜੀ ਉਹ ਬਿਲਕੁਲ ਹੀ ਐਬਸੈਂਟ ਹੈ ਐਂਡ ਇਟ ਇਜ਼ ਅ ਰੇਅਰ ਕੇਸ, ਐਕਸੈਪਸ਼ਨਲ ਕੇਸ ਹੈ ਕਿ ਮੇਲ ਡਰੋਸੋਫਿਲਾ ਦੇ ਵਿੱਚ ਜਿਹੜੀ ਹੈ ਕ੍ਰਾਸਿੰਗ ਓਵਰ ਐਬਸੈਂਟ। ਲਿੰਕੇਜ ਗਰੁੱਪਸ, what are linkage? Now let's have some basic idea about linkage groups. Linkage group ਕੀ ਨੇ? I think ਕਿ ਸਾਡੀ ਬੁੱਕ ਦੇ ਵਿੱਚ ਲਿੰਕੇਜ ਵਾਲਾ ਜਿਹੜਾ ਟੌਪਿਕ ਹੈ ਉਹ ਬਹੁਤ ਕੰਪੈਕਟ ਬਟ ਕੰਪਲੀਟ ਦਿੱਤਾ ਹੋਇਆ ਹੈ। ਉਹਦੇ ਵਿੱਚ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਉਸ ਦੀ ਲਾਈਨ ਬਾਏ ਲਾਈਨ ਥੋਰਲੀ ਜਿਹੜੀ ਹੈ ਰੀਡਿੰਗ ਕਰਨੀ ਹੈ ਔਰ ਇੱਕ ਇੱਕ ਲਾਈਨ ਹੈ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਐਕਸਪਲੇਨੇਸ਼ਨ ਹੈ। ਟੌਪਿਕ ਇਸ ਤਰੀਕੇ ਦੇ ਨਾਲ ਜਿਹੜਾ ਹੈ ਲਿੰਕੇਜ ਐਂਡ ਰੀਕੰਬੀਨੇਸ਼ਨ ਦਾ ਬੁੱਕ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ। ਸੋ ਵਟ ਆਰ ਲਿੰਕੇਜ ਗਰੁੱਪਸ? ਲਿੰਕੇਜ ਗਰੁੱਪਸ ਆਰ ਆਲ the genes present on one homologous chromosome. ਇੱਕ homologous chromosomes ਦੇ ਉੱਪਰ ਜਿੰਨੇ ਵੀ genes ਨੇ ਉਹ ਇੱਕ ਲਿੰਕੇਜ ਗਰੁੱਪ ਬਣਾਉਂਦੇ ਨੇ। ਠੀਕ ਹੈ। ਹੁਣ ਹਿਊਮਨ ਦੇ ਵਿੱਚ 23 ਪੇਅਰਸ ਨੇ ਹੋਮੋਲੋਗਸ ਕ੍ਰੋਮੋਸੋਮਸ ਦੇ, ਮੀਨ 23 ਹੋਮੋਲੋਗਸ ਕ੍ਰੋਮੋਸੋਮਸ ਨੇ ਤੇ 23 ਕੀ ਹੋ ਗਏ, ਲਿੰਕੇਜ ਗਰੁੱਪਸ ਹੋ ਗਏ। ਕਿਉਂਕਿ ਅਸੀਂ ਡਰੋਸੋਫਿਲਾ ਨੂੰ ਇਸ ਟੌਪਿਕ ਦੇ ਵਿੱਚ ਕਾਫੀ ਵਾਰੀ ਉਹਦਾ ਨਾਮ ਲਿਆ, ਸਾਰੀ ਲਿੰਕੇਜ ਹੀ ਉਹਦੇ ਉੱਤੇ ਬੇਸਡ ਹੈ। ਲਿੰਕੇਜ ਦੀ ਜਿਹੜੀ ਐਕਸਪਲੇਨੇਸ਼ਨ ਹੈ ਡਰੋਸੋਫਿਲਾ ਦੇ ਰਿਸਰਚ ਤੋਂ ਹੀ ਪਤਾ ਲੱਗੀ। ਸੋ ਡਰੋਸੋਫਿਲਾ ਦੇ ਵਿੱਚ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਕਿੰਨੇ ਲਿੰਕੇਜ ਗਰੁੱਪਸ ਨੇ, 4 ਲਿੰਕੇਜ ਗਰੁੱਪਸ ਇਨ ਡਰੋਸੋਫਿਲਾ। Now let's have a basic idea about gene mapping ਜਾਂ gene map। ਬੇਟਾ ਜਿਸ ਤਰ੍ਹਾਂ ਤੁਸੀਂ ਇੰਡੀਆ ਦਾ ਮੈਪ ਦੇਖਦੇ ਹੋ, ਮੈਪ ਦੇ ਵਿੱਚ you can locate
ਵੇਅਰ ਇਜ਼ ਪੰਜਾਬ, ਵੇਅਰ ਇਜ਼ ਹਰਿਆਣਾ, ਵੇਅਰ ਇਜ਼ ਕੇਰਲਾ, ਵੇਅਰ ਇਜ਼ ਮੁੰਬਈ। ਇਹ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਦੇ ਵਿੱਚ ਅਸੀਂ ਮੈਪ ਨੂੰ ਦੇਖ ਕੇ ਲੋਕੇਟ ਕਰ ਸਕਦੇ ਹਾਂ। ਠੀਕ ਹੈ। ਇਸੇ ਤਰ੍ਹਾਂ ਐਲਫਰਡ ਸਟਰਟਵੈਂਟ ਮੋਰਗਨ ਸਰ ਦੇ ਸਟੂਡੈਂਟ ਸੀ। ਜਦੋਂ ਉਹ ਵੀ ਉਹਨਾਂ ਦੇ ਨਾਲ ਰਿਸਰਚ ਕਰ ਰਹੇ ਸੀ ਤਾਂ ਉਹਨਾਂ ਨੇ ਡਿਸਟੈਂਸ ਬਿਟਵੀਨ ਜੀਨਸ ਹੈ ਜਿਹੜਾ ਉਹਦੇ ਬਾਰੇ ਕਾਫੀ ਕੁਝ ਜਾਣ ਲਿਆ ਕਿ ਜੀਨਸ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹਨਾਂ ਨੇ ਕੈਲਕੂਲੇਟ ਕਰ ਲਿਆ ਕਿ ਲਿੰਕਡ ਜੀਨਸ ਨੇ ਜਾਂ ਅਨਲਿੰਕਡ ਜੀਨਸ ਨੇ ਉਹਨਾਂ ਦੇ ਵਿੱਚ ਕਿੰਨਾ ਕਿੰਨਾ ਡਿਸਟੈਂਸ ਹੈ। ਸੋ ਅਸੀਂ ਇਹਨੂੰ ਕਹਾਂਗੇ ਕਿ ਜੀਨ ਮੈਪਿੰਗ describes the methods used to identify the locus of a gene. Locus mean location of the gene and distance between genes. ਜਿੰਨਾ ਡਿਸਟੈਂਸ ਜ਼ਿਆਦਾ ਹੋਏਗਾ ਉਨੀ ਅਸੀਂ ਪੜ੍ਹਿਆ ਕਿ ਰੀਕੋਂਬੀਨੇਸ਼ਨ ਕੀ ਹੋਏਗੀ, ਜ਼ਿਆਦਾ ਹੋਏਗੀ। ਸੋ ਡਿਸਟੈਂਸ ਐਂਡ ਰੀਕੋਂਬੀਨੇਸ਼ਨ ਇੱਕੋ ਹੀ ਗੱਲ ਹੈ। ਸਪੋਜ਼ ਮੈਂ ਕਹਾਂ ਕਿ 100% ਜਿਹੜੀ ਹੈ ਰੀਕੋਂਬੀਨੇਸ਼ਨ ਹੈ ਤਾਂ ਮੀਨਸ ਡਿਸਟੈਂਸ ਕਿੰਨਾ ਹੋਇਆ 100। ਹੁਣ ਇੱਥੇ ਕੁਐਸਚਨ ਉੱਠਦਾ ਕਿ 100 ਮੀਟਰ ਹੈ ਕਿ 100 ਕਿਲੋਮੀਟਰ ਹੈ। ਸੋ ਉਹਦੇ ਵਾਸਤੇ ਜਿਹੜਾ ਹੈ ਐਲਫਰਡ ਸਟੂਅਰਟ ਨੇ ਇੱਕ ਆਪਣੇ ਸਰ ਨੂੰ ਆਨਰ ਦੇਣ ਵਾਸਤੇ, ਮੋਰਗਨ ਸਰ ਨੂੰ ਆਨਰ ਦੇਣ ਵਾਸਤੇ ਇੱਕ ਯੂਨਿਟ ਬਣਾਇਆ। ਯੂਨਿਟ ਦਾ ਨਾਮ ਉਹਨਾਂ ਨੇ ਰੱਖਿਆ ਸੈਂਟੀ ਮੋਰਗਨ। ਸੋ ਅਗਰ 50% ਕ੍ਰੋਸਿੰਗ ਓਵਰ ਹੈ, ਫ੍ਰੀਕੁਐਂਸੀ ਆਫ ਕ੍ਰੋਸਿੰਗ ਓਵਰ ਇਜ਼ 50%, ਤਾਂ ਅਸੀਂ ਕਹਾਂਗੇ ਕਿ ਡਿਸਟੈਂਸ ਹੈ 50 ਸੈਂਟੀ ਮੋਰਗਨ ਹੈ। ਹੁਣ ਇਹ ਜਿਹੜੀ ਜੀਨ ਮੈਪਿੰਗ ਦਾ ਸਭ ਤੋਂ ਜ਼ਿਆਦਾ ਫਾਇਦਾ ਕਿੱਥੇ ਹੋਇਆ? ਇਹਦਾ ਫਾਇਦਾ ਇਹੀ ਹੋਇਆ ਕਿ ਸਾਨੂੰ ਲੋਕੇਸ਼ਨ ਆਫ ਜੀਨਸ ਪਤਾ ਲੱਗ ਗਈ। ਉਹਦੇ ਨਾਲ ਜਿਹੜਾ ਹਿਊਮਨ ਜੀਨੋਮ ਪ੍ਰੋਜੈਕਟ ਜਿਹੜਾ ਹੈ ਉਹਦੀ ਸਟੱਡੀ ਈਜ਼ੀ ਹੋ ਗਈ। ਜਾਂ ਇਹਦੇ ਵਿੱਚ ਜਿਹੜੀ ਜਿੰਨੀ ਵੀ ਸੀਕੁਐਂਸਿੰਗ ਕਰਨੀ ਹੈ ਅਸੀਂ ਤਕਰੀਬਨ ਕਾਫੀ ਕੁਛ ਇਹਦੇ ਨਾਲ ਜਿਹੜਾ ਹੈ ਈਜ਼ੀ ਹੋ ਗਿਆ ਵਿਦ ਦਾ ਹੈਲਪ ਆਫ ਜੀਨ ਮੈਪਿੰਗ, genetic map. So this is all about linkage. Thank you.